ਇੱਕ ਵਧੀਆ ਨਿਵੇਸ਼ ਪੋਰਟਫੋਲੀਓ ਬਣਾਉਣਾ। ਇਹ ਇੱਕ ਇਹੋ ਜਿਹਾ ਸਵਾਲ ਹੈ ਜਿਹੜਾ ਹਰ ਨਿਵੇਸ਼ਕ ਦੇ ਦਿਮਾਗ ਵਿੱਚ ਘੁੰਮਦਾ ਰਹਿੰਦਾ ਹੈ। ਤਾਂ ਅੱਜ ਆਪਾਂ ਦੋ ਬਹੁਤ ਹੀ ਕਮਾਲ ਦੇ ਤਰੀਕਿਆਂ ਨੂੰ ਸਮਝਾਂਗੇ। ਇੱਕ ਹੈ ਮਾਡਰਨ ਪੋਰਟਫੋਲੀਓ ਥਿਊਰੀ ਅਤੇ ਦੂਜਾ ਹੈ ਫੈਕਟਰ ਇਨਵੈਸਟਿੰਗ। ਚਲੋ ਦੇਖਦੇ ਹਾਂ ਕਿ ਇਹ ਦੋਵੇਂ ਨਜ਼ਰੀਏ ਆਪਣੇ ਪੈਸੇ ਨੂੰ ਵਧਾਉਣ ਵਿੱਚ ਕਿਵੇਂ ਮਦਦ ਕਰ ਸਕਦੇ ਨੇ। ਹਰ ਨਿਵੇਸ਼ਕ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਹੁੰਦੀ ਹੈ ਨਾ ਕਿ ਇੱਕ ਅਜਿਹਾ ਸੰਤੁਲਨ ਕਿਵੇਂ ਬਣਾਈਏ ਜਿੱਥੇ ਪੈਸਾ ਵਧੇ ਵੀ ਪਰ ਰਾਤਾਂ ਨੂੰ ਚੈਨ ਦੀ ਨੀਂਦ ਵੀ ਆਵੇ। ਆਓ ਦੇਖੀਏ ਕਿ ਦੋ ਵੱਖੋ-ਵੱਖਰੀਆਂ ਨਿਵੇਸ਼ ਰਣਨੀਤੀਆਂ ਇਸ ਚੁਣੌਤੀ ਦਾ ਜਵਾਬ ਕਿਵੇਂ ਦਿੰਦੀਆਂ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਡਰਨ ਪੋਰਟਫੋਲੀਓ ਥਿਊਰੀ ਯਾਨੀ ਕਿ MPT ਦੀ। ਇਹ ਨਿਵੇਸ਼ ਦਾ ਇੱਕ ਬਹੁਤ ਹੀ ਕਲਾਸਿਕ ਤੇ ਨੋਬਲ ਪੁਰਸਕਾਰ ਜੇਤੂ ਸਿਧਾਂਤ ਹੈ। ਇਸ ਦਾ ਮੂਲ ਮੰਤਰ ਬਹੁਤ ਸੌਖਾ ਹੈ, ਆਪਣੇ ਸਾਰੇ ਆਂਡੇ ਇੱਕੋ ਟੋਕਰੀ ਵਿੱਚ ਨਾ ਰੱਖੋ। ਪਰ MPT ਦਾ ਅਸਲ ਮਕਸਦ ਸਿਰਫ ਵੱਖ-ਵੱਖ ਚੀਜ਼ਾਂ ਖਰੀਦਣਾ ਨਹੀਂ, ਬਲਕਿ ਇਹੋ ਜਿਹੀਆਂ ਚੀਜ਼ਾਂ ਦਾ ਮਿਸ਼ਰਣ ਬਣਾਉਣਾ ਹੈ ਜੋ ਇੱਕ ਦੂਜੇ ਤੋਂ ਉਲਟ ਚੱਲਣ। ਯਾਨੀ ਜਦੋਂ ਇੱਕ ਹੇਠਾਂ ਜਾਵੇ ਤਾਂ ਦੂਜਾ ਉੱਪਰ ਆ ਕੇ ਪੋਰਟਫੋਲੀਓ ਨੂੰ ਸਹਾਰਾ ਦੇਵੇ। ਇੱਥੇ ਦੇਖੋ, ਇਹ MPT ਪੋਰਟਫੋਲੀਓ ਦੀ ਇੱਕ ਵਧੀਆ ਉਦਾਹਰਨ ਹੈ। ਸਾਫ਼-ਸਾਫ਼ ਦਿਸ ਰਿਹਾ ਹੈ ਕਿ ਪੈਸਾ ਕਈ ਥਾਵਾਂ ਤੇ ਵੰਡਿਆ ਹੋਇਆ ਹੈ। 40% ਵੱਡੀਆਂ ਸਥਿਰ ਕੰਪਨੀਆਂ ਵਿੱਚ, 20% ਥੋੜੀਆਂ ਛੋਟੀਆਂ ਪਰ ਤੇਜ਼ੀ ਨਾਲ ਵਧਣ ਵਾਲੀਆਂ ਕੰਪਨੀਆਂ ਵਿੱਚ, ਤੇ ਬਾਕੀ ਦਾ ਪੈਸਾ ਕਰਜ਼ੇ, ਸੋਨੇ ਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਲਗਾਇਆ ਗਿਆ ਹੈ। ਮਕਸਦ ਕੀ ਹੈ? ਮਕਸਦ ਇਹ ਹੈ ਕਿ ਸਾਰਾ ਦਾ ਇੱਕੋ ਘੋੜੇ ਤੇ ਨਾ ਲੱਗੇ। ਹੁਣ ਆਹ ਟੇਬਲ ਨੂੰ ਧਿਆਨ ਨਾਲ ਦੇਖੋ। ਇਹ MPT ਦੇ ਪਿੱਛੇ ਦੀ ਸਾਰੀ ਸੋਚ ਨੂੰ ਸਮਝਾਉਂਦਾ ਹੈ। ਦੇਖੋ, ਮਿਡ ਕੈਪ ਸਟਾਕ, ਹਾਂ 15% ਦਾ ਜ਼ਬਰਦਸਤ ਰਿਟਰਨ ਦੇ ਸਕਦੇ ਨੇ, ਪਰ ਨਾਲ ਹੀ ਧੜਕੂ ਵੀ ਵੱਧ ਲੱਗਾ ਰਹਿੰਦਾ ਹੈ, 25% ਦਾ ਜੋਖਮ ਹੈ। ਦੂਜੇ ਪਾਸੇ ਕਰਜ਼ਾ ਯਾਨੀ ਕਿ ਡੈਟ ਸਿਰਫ 7% ਰਿਟਰਨ ਦਿੰਦਾ ਹੈ, ਪਰ ਜੋਖਮ ਵੀ ਨਾ ਦੇ ਬਰਾਬਰ ਹੈ, ਸਿਰਫ 5%। MPT ਦਾ ਅਸਲ ਕਮਾਲ ਇਹਨਾਂ ਨੂੰ ਮਿਲਾਉਣ ਵਿੱਚ ਹੈ ਤਾਂ ਕਿ ਥੋੜਾ ਜੋਖਮ ਲੈ ਕੇ ਵਧੀਆ ਰਿਟਰਨ ਵੀ ਕਮਾਇਆ ਜਾਵੇ ਅਤੇ ਨਾਲ ਹੀ ਪੋਰਟਫੋਲੀਓ ਨੂੰ ਡਿੱਗਣ ਤੋਂ ਵੀ ਬਚਾਇਆ ਜਾਵੇ। MP ਇੱਕ ਬਹੁਤ ਵਧੀਆ ਸ਼ੁਰੂਆਤ ਹੈ, ਕੋਈ ਸ਼ੱਕ ਨਹੀਂ। ਇਹ ਸਾਨੂੰ ਪੂਰੇ ਜੰਗਲ ਦੀ ਤਸਵੀਰ ਦਿਖਾਉਂਦਾ ਹੈ। ਪਰ ਸੋਚੋ ਕੀ ਹੋਵੇ ਜੇ ਆਪਾਂ ਥੋੜਾ ਹੋਰ ਨੇੜੇ ਜਾ ਕੇ ਦੇਖੀਏ। ਸਿਰਫ ਇਹ ਨਹੀਂ ਕਿ ਇਹ ਇੱਕ ਸਟਾਕ ਹੈ, ਬਲਕਿ ਇਹ ਪੁੱਛੀਏ ਕਿ ਇਹ ਕਿਹੋ ਜਿਹਾ ਸਟਾਕ ਹੈ, ਇਸ ਦੀਆਂ ਅਸਲ ਖਾਸੀਅਤਾਂ ਕੀ ਹਨ। ਤੇ ਐਸੇ ਸਵਾਲ ਦਾ ਜਵਾਬ ਲੈ ਕੇ ਆਉਂਦਾ ਹੈ ਫੈਕਟਰ ਇਨਵੈਸਟਿੰਗ। ਇਹ ਇੱਕ ਕਦਮ ਹੋਰ ਅੱਗੇ ਜਾਂਦਾ ਹੈ। ਇਹ ਸਿਰਫ ਇਹ ਨਹੀਂ ਪੁੱਛਦਾ ਕਿ ਕੀ ਖਰੀਦਣਾ ਹੈ, ਸਗੋਂ ਇਹ ਪੁੱਛਦਾ ਹੈ ਕਿ ਕਿਉਂ ਖਰੀਦਣਾ ਹੈ। ਇਹ ਉਹਨਾਂ ਖਾਸ ਕਾਰਕਾਂ ਯਾਨੀ ਕਿ ਫੈਕਟਰਸ ਦੀ ਪਹਿਚਾਣ ਕਰਦਾ ਹੈ ਜਿਨ੍ਹਾਂ ਨੇ ਇਤਿਹਾਸ ਵਿੱਚ ਬਿਹਤਰ ਰਿਟਰਨ ਦਿੱਤੇ ਹਨ। ਆਮ ਤੌਰ ਤੇ 5 ਮੁੱਖ ਫੈਕਟਰ ਦੀ ਗੱਲ ਹੁੰਦੀ ਹੈ। ਪਹਿਲਾ ਹੈ ਮੁੱਲ ਯਾਨੀ ਵੈਲਿਊ, ਸਿੱਧੀ ਗੱਲ, ਸੇਲ ਤੇ ਮਿਲ ਰਹੀ ਚੀਜ਼ ਖਰੀਦਣਾ। ਦੂਜਾ ਗਤੀ ਯਾਨੀ ਮੋਮੈਂਟਮ, ਚਲਦੀ ਗੱਡੀ ਤੇ ਸਵਾਰ ਹੋਣਾ। ਤੀਜਾ ਗੁਣਵੱਤਾ ਯਾਨੀ ਕੁਆਲਿਟੀ, ਮਜ਼ਬੂਤ ਤੇ ਟਿਕਾਊ ਕੰਪਨੀਆਂ ਵਿੱਚ ਪੈਸਾ ਲਾਉਣਾ। ਚੌਥਾ ਘੱਟ ਅਸਥਿਰਤਾ, ਉਹ ਨਿਵੇਸ਼ ਚੁਣਨਾ ਜਿੱਥੇ ਉਤਰਾਅ ਚੜ੍ਹਾਅ ਘੱਟ ਹੋਵੇ। ਤੇ ਪੰਜਵਾਂ ਆਕਾਰ ਯਾਨੀ ਸਾਈਜ਼, ਛੋਟੀਆਂ ਕੰਪਨੀਆਂ ਤੇ ਦਾ ਲਾਉਣਾ ਜਿਨ੍ਹਾਂ ਵਿੱਚ ਵੱਡਾ ਬਣਨ ਦੀ ਸਮਰੱਥਾ ਹੋਵੇ। ਤਾਂ ਫਿਰ ਮੋਟੀ ਜਿਹੀ ਗੱਲ ਕੀ ਨਿਕਲੀ? ਫਰਕ ਬਿਲਕੁਲ ਸਾਫ਼ ਹੈ। MPT ਪੁੱਛਦਾ ਹੈ ਪੈਸਾ ਕਿਹੜੀ ਬਾਲਟੀ ਵਿੱਚ ਪਾਈਏ, ਸਟਾਕ, ਬੌਂਡ ਜਾਂ ਸੋਨਾ। ਦੂਜੇ ਪਾਸੇ ਫੈਕਟਰ ਇਨਵੈਸਟਿੰਗ ਪੁੱਛਦਾ ਹੈ ਅੱਛਾ, ਜਿਹੜੀ ਵੀ ਬਾਲਟੀ ਚੁਣੀ ਹੈ ਉਸ ਦੇ ਅੰਦਰ ਕਿਹੜੇ ਗੁਣਾਂ ਵਾਲੇ ਨਿਵੇਸ਼ ਚੁਣੀਏ, ਕਿ ਉਹ ਸਸਤੇ ਹੋਂ ਜਾਂ ਗੁਣਵੱਤਾ ਵਾਲੇ ਜਾਂ ਫਿਰ ਤੇਜ਼ੀ ਨਾਲ ਵਧਣ ਵਾਲੇ। ਸਵਾਲ ਹੀ ਬਿਲਕੁਲ ਵੱਖਰੇ ਨੇ। ਸਭ ਤੋਂ ਜ਼ਰੂਰੀ ਗੱਲ ਇਹ ਸਮਝਣ ਵਾਲੀ ਹੈ ਕਿ ਇਹ ਦੋਵੇਂ ਇੱਕ ਦੂਜੇ ਦੇ ਮੁਕਾਬਲੇਬਾਜ਼ ਨਹੀਂ, ਬਲਕਿ ਇੱਕ ਟੀਮ ਵਾਂਗ ਕੰਮ ਕਰਦੇ ਨੇ। ਇਸ ਨੂੰ ਇਸ ਤਰ੍ਹਾਂ ਸੋਚੋ, ਪਹਿਲਾ ਕਦਮ MPT ਦਾ ਹੈ, ਇਹ ਤੈਅ ਕਰਨਾ ਕਿ ਕਿੰਨਾ ਪੈਸਾ ਸਟਾਕ ਵਿੱਚ ਜਾਵੇਗਾ, ਕਿੰਨਾ ਬੌਂਡ ਵਿੱਚ ਤੇ ਕਿੰਨਾ ਸੋਨੇ ਵਿੱਚ। ਦੂਜਾ ਕਦਮ ਫੈਕਟਰ ਇਨਵੈਸਟਿੰਗ ਦਾ ਹੈ, ਹੁਣ ਉਸ ਸਟਾਕ ਵਾਲੇ ਹਿੱਸੇ ਦੇ ਅੰਦਰ ਇਹ ਫੈਸਲਾ ਕਰਨਾ ਕਿ ਗੁਣਵੱਤਾ ਵਾਲੇ ਸਟਾਕ ਚੁਣਨੇ ਹਨ ਜਾਂ ਗਤੀ ਵਾਲੇ। ਦੇਖਿਆ, ਦੋਵੇਂ ਮਿਲ ਕੇ ਇੱਕ ਬਹੁਤ ਹੀ ਮਜ਼ਬੂਤ ਰਣਨੀਤੀ ਬਣਾਉਂਦੇ ਨੇ। ਇਸ ਲਈ ਇੱਕ ਸਮਝਦਾਰ ਨਿਵੇਸ਼ਕ ਦੋਵੇਂ ਲੈਂਸ ਵਰਤਦਾ ਹੈ, MPT ਦਾ ਵਾਈਡ ਐਂਗਲ ਲੈਂਸ ਪੂਰੀ ਤਸਵੀਰ ਦੇਖਣ ਲਈ ਅਤੇ ਫੈਕਟਰ ਇਨਵੈਸਟਿੰਗ ਦਾ ਜ਼ੂਮ ਲੈਂਸ ਸਹੀ ਮੌਕਿਆਂ ਦੀ ਪਹਿਚਾਣ ਕਰਨ ਲਈ। ਤਾਂ ਅਗਲੀ ਵਾਰ ਜਦੋਂ ਕੋਈ ਆਪਣੇ ਨਿਵੇਸ਼ਾਂ ਬਾਰੇ ਸੋਚੇ ਤਾਂ ਇਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ ਕਿ ਕੀ ਸਿਰਫ ਇਹ ਸੋਚਿਆ ਜਾ ਰਿਹਾ ਹੈ ਕਿ ਕੀ ਖਰੀਦਣਾ ਹੈ, ਜਾਂ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਕਿਉਂ। ਕਿਸੇ ਦਾ ਵੀ ਵਿੱਤੀ ਭਵਿੱਖ ਇਸ ਸਵਾਲ ਦੇ ਜਵਾਬ ਤੇ ਬਹੁਤ ਹੱਦ ਤੱਕ ਨਿਰਭਰ ਕਰ ਸਕਦਾ ਹੈ।